पंजाबी ट्रिब्यून के प्रोग्राम वेले की गल विच तुहाडा स्वागत है। मैं आतिश गुप्ता ਅਤੇ पंजाबी ट्रिब्यून के न्यूज़ कोआर्डीनेटर श्री हमीर सिंह तुहाडे सामने हाजिर हाँ। हमीर सिंह जी, इन्हां दिनां विच केंद्र सरकार ने 3 ऑर्डीनेंस जारी किए हैं जिन्हां बारे कई वाद विवाद पैदा हुए हैं। इन्हां ऑर्डीनेंसां संबंधी संखेप विच दसो। 3 ऑर्डीनेंस जो जारी किए ने केंद्र सरकार ने, तिन्ने खेती की मंडी नाल संबंधित है, एक जरूरी वस्तां नाल संबंधित है, एक कॉन्ट्रैक्ट फार्मिंग नाल संबंधित ने। ये तिन्नां ते काफ़ी ज़्यादा वाद विवाद हो रहा, खास तौर पर पंजाब ते हरियाणा नाल संबंधित ज़्यादा हो रहा है। ਉਹਦੇ ਪਿੱਛੇ ਧਾਰਨਾ ਇਹ ਹੈ ਕਿ ਇੱਕ ਤਾਂ ਗੱਲ ਇਹ ਪਾਰਲੀਮੈਂਟ ਦੇ ਵਿੱਚ ਚਰਚਾ ਤੋਂ ਬਿਨਾਂ ਆਰਡੀਨੈਂਸ ਕਰਨਾ, ਇਹ ਕਿਸਾਨਾਂ ਨੂੰ ਖਾਸ ਤੌਰ ਤੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੇ ਨਾਲ ਚਰਚਾ ਕੀਤੇ ਬਿਨਾਂ ਐਡੀ ਐਮਰਜੈਂਸੀ ਕਿਹੜੀ ਸੀ ਜਿਹਦੇ ਕਰਕੇ ਆਰਡੀਨੈਂਸ ਜਾਰੀ ਕਰਨੇ ਪਏ। ਇਸ ਕਰਕੇ ਸ਼ੰਕੇ ਖੜੇ ਕਰਨ ਵਾਲੀ ਗੱਲ ਹੈ ਕਿ ਇਹ ਜਮਹੂਰੀ ਪ੍ਰਕਿਰਿਆ ਇਹਦੇ ਵਿੱਚ ਪੂਰੀ ਤਰ੍ਹਾਂ ਨਹੀਂ ਫੋਲੋ ਕੀਤੀ ਗਈ। ਦੂਜੀ ਗੱਲ ਇਹ ਹੈ ਕਿ ਇਹ ਉਹ ਆਰਡੀਨੈਂਸ ਨੇ ਜਿਹੜੇ ਸੰਘੀ ਢਾਂਚੇ ਤੇ ਵੀ ਇੱਕ ਤਰ੍ਹਾਂ ਦਾ ਵਾਰ ਕਰਦੇ ਨੇ ਤੇ ਘੱਟੋ ਘੱਟ ਸਮਰਥਨ ਮੁੱਲ ਜਿਹਦੇ ਤੇ ਕਣਕ ਤੇ ਝੋਨਾ ਖਰੀਦਿਆ ਜਾ ਰਿਹਾ ਹੈ ਉਹਨੂੰ ਵੀ ਵਾਪਸ ਲੈਣ ਦਾ ਇੱਕ ਸੰਕੇਤ ਕਰਦੇ ਨੇ ਇੱਕ ਰੂਪ ਦੇ ਵਿੱਚ। ਔਰ ਇਹ ਸਾਰੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਏ ਤੇ ਹੁਣ ਤੱਕ ਦਾ ਜਿਹੜਾ ਰਾਜਾਂ ਦੇ ਅੰਦਰ ਦੀ ਜਿੰਨੀ ਖੇਤੀ ਦੀ ਮਾਰਕੀਟਿੰਗ ਸੀਗੀ ਉਹ ਰਾਜ ਸੂਚੀ ਦਾ ਵਿਸ਼ਾ ਸੀ ਔਰ ਰਾਜ ਸਰਕਾਰਾਂ ਉਹਦੇ ਤੇ ਕਾਨੂੰਨ ਬਣਾਉਂਦੀਆਂ ਸੀ। ਮੰਡੀ ਬੋਰਡ, ਪੰਜਾਬ ਦਾ ਵੀ ਮੰਡੀ ਬੋਰਡ ਉਸੇ ਤਰੀਕੇ ਨਾਲ ਬਣਿਆ ਹੋਇਆ। ਕੇਂਦਰ ਸਰਕਾਰ ਨੇ ਇੱਕ 2003 ਦੇ ਵਿੱਚ ਮਾਡਲ ਐਕਟ ਬਣਾਇਆ ਸੀ ਮੰਡੀ ਦੇ ਬਾਰੇ 'ਚ। ਉਹ ਰਾਜਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸੋਧ ਕਰੋ ਕੇਂਦਰ ਦੇ ਉਸ ਕਾਨੂੰਨ ਦੇ ਮੁਤਾਬਕ, ਪਰ ਰਾਜ ਸਰਕਾਰਾਂ ਆਪਣੇ ਖਾਸ ਹਾਲਾਤਾਂ ਦੇ ਮੁਤਾਬਕ ਉਹ ਨਹੀਂ ਸੀ ਕਰ ਰਹੀਆਂ। ਇਸ ਕਰਕੇ ਕੇਂਦਰ ਸਰਕਾਰ ਨੇ ਹੁਣ ਸਿੱਧਾ ਹੀ ਆਪਦਾ ਇੱਕ ਕਾਨੂੰਨ ਬਣਾਤਾ। ਹੁਣ ਪੰਜਾਬ ਦੇ ਵਿੱਚ ਜਿਹੜਾ ਮੰਡੀ ਦਾ ਢਾਂਚਾ ਹੈ, ਕੋਈ ਵੀ ਪ੍ਰਾਈਵੇਟ ਪਲੇਅਰ ਜਿਹਦੇ ਕੋਲ ਪੈਨ ਕਾਰਡ ਹੈ ਇਕੱਲਾ, ਬਾਕੀ ਕੁਝ ਹੋਵੇ ਨਾ ਹੋਵੇ, ਉਹ ਪੰਜਾਬ ਦੇ ਵਿੱਚੋਂ, ਹਰਿਆਣੇ 'ਚੋਂ, ਦੇਸ਼ 'ਚੋਂ ਕਿਤੋਂ ਵੀ ਕੋਈ ਵੀ ਫਸਲ ਖਰੀਦਣ ਦਾ ਹੱਕਦਾਰ ਹੋ ਗਿਆ। ਔਰ ਉਹਦੇ ਤੇ ਨਾਲ ਇੱਕ ਸਭ ਤੋਂ ਵੱਡਾ ਜਿਹੜਾ ਇੱਕ ਗੱਲ ਕੀਤੀ ਗਈ ਹੈ ਉਹ ਇਹ ਹੈ ਕਿ ਇੱਕ ਜ਼ੀਰੋ ਟੈਕਸਿੰਗ ਹੈ, ਉਹ 'ਤੇ ਟੈਕਸ ਕੋਈ ਨਹੀਂ ਲੱਗੇਗਾ। ਜਦ ਕਿ ਪੰਜਾਬ ਤੇ ਹਰਿਆਣੇ 'ਚ, ਪੰਜਾਬ 'ਚ 6% ਤੇ ਹਰਿਆਣੇ 'ਚ 8.5% ਟੈਕਸ ਨੇ। ਜਿਹੜਾ ਦਿਹਾਤੀ ਵਿਕਾਸ ਫੰਡ ਹੈ, ਮਾਰਕੀਟਿੰਗ ਫੀਸ ਹੈ, ਆੜ੍ਹਤੀਆਂ ਦੀ ਫੀਸ ਹੈ। ਔਰ ਜਿੱਥੇ ਜ਼ੀਰੋ ਟੈਕਸ ਹੋਏਗਾ ਤਾਂ ਕੋਈ ਵੀ ਖਰੀਦਦਾਰ ਉੱਥੇ ਜਾਏਗਾ। ਜਦੋਂ ਉੱਥੋਂ ਜਾਏਗਾ ਤਾਂ ਪੰਜਾਬ ਦੇ ਮੰਡੀ ਬੋਰਡ ਦਾ ਬਿਲਕੁਲ ਹੀ 100% ਜਿਹੜਾ ਉਹਦਾ ਪੈਸਾ ਉਹਨੂੰ ਆਉਂਦਾ ਸੀ ਉਹ ਖਤਮ ਹੋ ਜਾਏਗਾ। ਇਹਦੇ ਨਾਲ 3 ਲੱਖ ਬੰਦਾ ਜਿਹੜਾ ਪੱਲੇਦਾਰੀ ਕਰਦਾ ਸੀ, ਮੰਡੀਆਂ 'ਚ ਕੰਮ ਕਰਦਾ ਸੀ ਔਰ 4-5 ਹਜ਼ਾਰ ਉਹਨਾਂ ਦਾ ਮੁਲਾਜ਼ਮ ਹੈ ਔਰ ਇਹਦੇ ਨਾਲ ਜਿੰਨੀਆਂ ਮੰਡੀਆਂ ਬਾਕੀ ਬਣੀਆਂ ਹੋਈਆਂ ਨੇ ਉਹ ਪ੍ਰਭਾਵਿਤ ਹੋਣਗੀਆਂ ਤੇ ਉਹਦੇ 'ਤੇ ਇੱਕ ਸੰਕਟ ਦਾ ਦੌਰ ਆ ਜਾਏਗਾ। ਔਰ ਦੂਜਾ, ਸਟੇਟ ਗੌਰਮੈਂਟਾਂ ਨੂੰ ਇਹ ਲੱਗਦਾ ਔਰ ਗੱਲ ਇਹ ਸਹੀ ਵੀ ਹੈ ਕਿ ਦੇਸ਼ ਸਾਡਾ ਫੈਡਰਲ ਢਾਂਚੇ 'ਤੇ ਚੱਲਦਾ ਹੈ। ਫੈਡਰਲ ਸਿਸਟਮ ਦੇ ਵਿੱਚ ਜੇ ਲੋਕਲ ਮੰਡੀ ਦੇ ਵਿੱਚ ਵੀ ਕੇਂਦਰ ਸਰਕਾਰ ਦਾ ਹੁਕਮ ਲਾਗੂ ਹੋਣਾ ਹੈ ਤਾਂ ਸੂਬਾ ਸਰਕਾਰਾਂ ਦੇ ਅਧਿਕਾਰ ਲਗਾਤਾਰ ਘਟਦੇ ਜਾ ਰਹੇ ਨੇ, ਕੇਂਦਰੀਕਰਨ ਹੋ ਰਿਹਾ ਤਾਕਤਾਂ ਦਾ। ਦੂਜੀ ਗੱਲ, ਦੂਜਾ ਮੰਡੀ ਹੈ ਕੰਟਰੈਕਟ ਫਾਰਮਿੰਗ ਦਾ ਐਕਟ, ਜਿਹੜਾ ਦੂਜਾ ਫੈਕਟ ਹੈ। ਉਹ ਕਹਿ ਰਹੇ ਨੇ ਵੀ ਫਾਰਮਰ ਕਿਤੇ ਵੀ ਵੇਚ ਸਕਦਾ ਹੈ ਤੇ ਠੇਕੇਦਾਰ ਇਹ ਕੰਪਨੀਆਂ ਦੇ ਨਾਲ ਉਹ ਠੇਕਾ ਕਰੂਗਾ, ਸਮਝੌਤਾ ਕਰੂ, ਕੰਟਰੈਕਟ ਕਰੇਗਾ। ਕੰਟਰੈਕਟ ਦੇ ਮਾਮਲੇ ਦੇ ਵਿੱਚ ਜਿਹੜਾ ਤਜਰਬਾ ਹੈ ਸਾਡੇ ਸਾਹਮਣੇ, ਪੈਪਸੀ ਦਾ ਤਜਰਬਾ ਪੰਜਾਬ ਦੇ ਕੋਲ ਹੈ ਜਾਂ ਬਾਕੀ ਈਵਨ ਬੀਮਾ ਪਾਲਿਸੀ ਦਾ ਤਜਰਬਾ ਦੇਸ਼ ਦੇ ਲੋਕਾਂ ਦੇ ਕੋਲ ਹੈ, ਉਹ ਸਾਰਾ ਇਹ ਹੈ ਕਿ ਉਹ ਕਿਸਾਨ ਦੇ ਹਿੱਤ 'ਚ ਨਹੀਂ ਜਾਂਦਾ, ਉਹ ਵਪਾਰੀ ਦੇ ਹਿੱਤ ਦੇ ਵਿੱਚ ਜਾਂਦਾ, ਉਹ ਵੱਡੀਆਂ ਕੰਪਨੀਆਂ ਦੇ ਹਿੱਤ 'ਚ ਜਾਂਦਾ। ਵੱਡੀਆਂ ਕੰਪਨੀਆਂ ਦੇ ਨਾਲ ਕਿਸਾਨ ਅਦਾਲਤਾਂ 'ਚ ਨਹੀਂ ਲੜ ਸਕਦਾ। ਫਿਰ ਉਹ ਕਹਿ ਰਹੇ ਨੇ ਕਿ ਤੁਹਾਡੇ ਕੋਲ ਇੱਕ ਜਿਹੜਾ ਜੇ ਵਿਵਾਦ ਪੈਦਾ ਹੋ ਜੇ ਤਾਂ ਇੱਕ ਤਰੀਕਾ ਦੱਸਿਆ ਤੁਹਾਨੂੰ। ਉਹ ਤਰੀਕਾ ਕੀ ਹੈ ਕਿ SDM ਇੱਕ ਬੋਰਡ ਸਥਾਪਿਤ ਕਰੇਗਾ। ਜੇ ਤੁਹਾਨੂੰ ਕੰਪਨੀ ਦੇ ਖਿਲਾਫ ਇਤਰਾਜ਼ ਹੈ ਜਾਂ ਕੰਪਨੀ ਨੂੰ ਕਿਸਾਨ ਦੇ ਖਿਲਾਫ ਇਤਰਾਜ਼ ਹੈ, ਉਹ ਬੋਰਡ ਕੋਲ ਜਾਏਗਾ। ਉਹਦੀ ਅਪੀਲ SDM ਦੇ ਹੋ ਸਕਦੀ ਹੈ ਔਰ ਆਖਰੀ ਅਪੀਲ DC ਦੇ। ਤੁਹਾਡੇ ਕੋਲ ਕੋਰਟ ਜਾਣ ਦਾ ਰਸਤਾ ਨਹੀਂ ਹੈ, ਉੱਥੇ ਹੀ ਬੰਦ ਹੋ ਜਾਏਗਾ। ਜਿਹੋ ਜਿਹਾ ਸਾਡੇ ਢਾਂਚਾ ਹੈ ਭ੍ਰਿਸ਼ਟਾਚਾਰ ਦਾ ਜਾਂ ਬਾਕੀ ਦਾ, ਉਹ ਇਹ ਦੱਸਦਾ ਕਿ SDM ਲੈਵਲ ਦਾ ਛੋਟੇ ਅਧਿਕਾਰੀ ਤੱਕ ਕਿਸਾਨ ਦੀ ਤਾਂ ਨਹੀਂ ਚੱਲੂਗੀ, ਕੰਪਨੀਆਂ ਦੀ ਚੱਲੂਗੀ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਨਹੀਂ ਮਿਲਦਾ ਜਿਹੜਾ ਇਹੋ ਨਿਆਂ ਜਿਹੜਾ ਕਿਸਾਨਾਂ ਨੂੰ। ਇਹਦੇ ਕਰਕੇ ਇੱਕ ਖਦਸ਼ਾ ਇਹ ਹੈ ਕਿ ਜਿਹਦੇ ਨਾਲ ਜਦੋਂ ਪ੍ਰਾਈਵੇਟ ਪਲੇਅਰ ਠੇਕੇ ਵਾਲਾ ਤੁਸੀਂ ਇੱਕ ਰਸਤਾ ਖੋਲ੍ਹ ਰਹੇ ਹੋ ਤਾਂ ਉਹਦੇ ਨਾਲ ਮਾਰਕੀਟਿੰਗ ਦਾ ਢਾਂਚਾ ਬਿਲਕੁਲ ਬਦਲ ਜਾਏਗਾ। ਕਿਸਾਨ ਨੂੰ ਕਾਰਪੋਰੇਟ ਖੇਤੀ 'ਤੇ ਛੱਡ ਦਿੱਤਾ ਜਾਏਗਾ। ਹੌਲੀ ਹੌਲੀ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਉਹ ਕਿਸਾਨੀ ਦੀ ਜ਼ਮੀਨ 'ਤੇ ਮਤਲਬ ਕਾਬਜ਼ ਵੀ ਹੋਣ ਦਾ ਇੱਕ ਡਰ ਉਸ ਰੂਪ ਦੇ ਵਿੱਚ ਰਹਿੰਦਾ ਹੈ। ਤੇ ਜਿਹੜਾ ਤੀਜਾ ਕਾਨੂੰਨ ਉਹਨਾਂ ਨੇ ਜ਼ਰੂਰੀ ਸੇਵਾਵਾਂ ਦੇ ਵਿੱਚ ਸੋਧ ਕੀਤੀ ਹੈ। ਇਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ 1955 ਤੋਂ ਲੈ ਕੇ ਲਗਾਤਾਰ ਜ਼ਖੀਰੇਬਾਜ਼ੀ ਤੇ ਰੋਕ ਸੀ ਇੱਕ ਟਾਈਪ ਦੀ ਕਿ ਤੁਸੀਂ ਇੱਕ ਖਾਸ ਮਾਤਰਾ ਤੋਂ ਵੱਧ ਅਨਾਜ
ਭੰਡਾਰ ਨਹੀਂ ਕਰ ਸਕਦੇ। ਹੁਣ ਇਹਦੇ ਨਾਲ ਕੀ ਹੋ ਗਿਆ, ਇਹਦੇ ਨਾਲ ਲਿਮਟ ਚੱਕਤੀ ਆ, ਹੱਦ ਚੱਕਤੀ ਹੈ। ਤਾਂ ਇਹ ਡਰ ਹੈ ਦੇਸ਼ ਦੇ ਵਿੱਚ ਕਿ ਇੱਕ ਬਹੁਤ ਵੱਡੀ ਕੰਪਨੀ ਵਾਲਮਾਰਟ ਵਰਗੀ ਹੋ ਸਕਦੀ ਹੈ, ਕਾਰਗਿਲ ਵਰਗੀ ਹੋ ਸਕਦੀ ਹੈ, ਉਹ ਬਹੁਤ ਵੱਡਾ ਭੰਡਾਰ ਇੱਕ ਵਾਰ ਖਰੀਦ ਲੇ ਤੇ ਇਹਦੇ ਤੋਂ ਬਾਅਦ ਫਿਰ ਉਹ ਆਪਣੀ ਮਨਮਰਜ਼ੀ ਤੇ ਵੇਚੇ, ਤੇ ਇਹਦੇ ਨਾਲ ਜਿਹੜੇ ਖਪਤਕਾਰ ਨੇ ਬਾਕੀ ਦੇ ਉਹਨਾਂ ਤੇ ਵੀ ਇੱਕ ਬਹੁਤ ਵੱਡਾ ਸੰਕਟ ਆਏਗਾ। ਇਸ ਕਰਕੇ ਦੋ ਗੱਲਾਂ ਕਰਕੇ ਇਹਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ। ਇੱਕ, ਘੱਟੋ ਘੱਟ ਸਮਰਥਨ ਮੁੱਲ ਚਲੇ ਜਾਣ ਦਾ ਖਤਰਾ ਹੈ। ਘੱਟੋ ਘੱਟ ਸਮਰਥਨ ਮੁੱਲ ਕੱਲਾ ਚਲੇ ਜਾਣ ਦਾ ਖਤਰਾ ਨਹੀਂ, ਉਹ ਤਾਂ ਜੇ ਅਨਾਉਂਸ ਵੀ ਹੋ ਜਾਏਗਾ, ਜਿਹੜਾ 23 ਫਸਲਾਂ ਚੋਂ 21 ਦੇ ਵਿੱਚ ਖਰੀਦ ਦੀ ਗਰੰਟੀ ਨਹੀਂ ਹੈ। ਆਉਣ ਵਾਲੇ ਸਮੇਂ 'ਚ ਝੋਨੇ ਤੇ ਕਣਕ ਦੀ ਵੀ ਜੇ ਖਰੀਦ ਦੀ ਗਰੰਟੀ ਨਾ ਰਹੀ ਤਾਂ ਪੰਜਾਬ ਤੇ ਹਰਿਆਣੇ ਦਾ ਕਿਸਾਨ ਸਭ ਤੋਂ ਜ਼ਿਆਦਾ ਮਾਰਿਆ ਜਾਏਗਾ, ਕਿਉਂਕਿ ਉਹਨੂੰ ਪਹਿਲਾਂ ਹੀ ਉਹ ਕਰਜ਼ੇ ਦੇ ਬੋਝ ਹੇਠ ਖੁਦਕਸ਼ੀਆਂ ਕਰ ਰਿਹਾ ਹੈ। ਜੇ ਉਹ ਖਰੀਦ ਦੀ ਗਰੰਟੀ ਖਤਮ ਹੋ ਜਾਂਦੀ ਹੈ ਤਾਂ ਬੜਾ ਖਤਰਨਾਕ ਇੱਕ ਰੁਝਾਨ ਹੋਏਗਾ। ਦੂਜੀ ਗੱਲ ਇਹ ਹੈ ਇਹਦੇ ਵਿੱਚ ਕਿ ਸੰਘੀ ਢਾਂਚੇ ਦਾ ਇਹ ਸਵਾਲ ਹੈ, ਰਾਜ ਸਰਕਾਰਾਂ ਨੂੰ ਵੀ ਉਸ ਪੱਧਰ ਦੇ ਉੱਤੇ ਬੜਾ ਜ਼ਿਆਦਾ ਕ੍ਰਾਈਸਿਸ ਆਉਣ ਵਾਲੇ ਦਿਨਾਂ ਦੇ ਵਿੱਚ। ਇਸੇ ਕਰਕੇ ਪੰਜਾਬ ਦੇ ਵਿੱਚ ਅੱਜ ਵੀ ਇੱਕ ਸਾਈਕਲ ਮਾਰਚ ਲੋਕ ਇਨਸਾਫ ਪਾਰਟੀ ਦਾ ਹੋ ਰਿਹਾ ਹੈ। ਰਾਜੇਵਾਲ ਗਰੁੱਪ ਨੇ ਅੱਜ ਹੀ ਸਮਰਾਲੇ ਦੇ ਉੱਤੋਂ ਇੱਕ ਮਾਰਚ ਕੀਤਾ ਹੈ, ਹੋਰ ਸਾਰੀਆਂ ਜਥੇਬੰਦੀਆਂ ਨੇ ਵੀ ਔਰ ਸਰਕਾਰਾਂ ਨੇ ਕੋਸ਼ਿਸ਼ ਕੀਤੀ ਹੈ। ਇਹ ਬਹੁਤ ਵੱਡਾ ਇਸ਼ੂ ਬਣ ਰਿਹਾ ਆਉਣ ਵਾਲੇ ਫਿਊਚਰ ਦੇ ਵਿੱਚ, ਔਰ ਇਹ ਸੋਚਿਆ ਜਾਣਾ ਚਾਹੀਦਾ, ਸਮਝਿਆ ਜਾਣਾ ਚਾਹੀਦਾ ਤੇ ਬੜੇ ਵੱਡੇ ਪੱਧਰ ਦੇ ਸੰਵਾਦ ਦੀ ਲੋੜ ਹੈ। ਹਮੀਰ ਸਿੰਘ ਜੀ, ਮੇਰਾ ਦੂਜਾ ਸਵਾਲ ਇਹ ਹੈ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਨੇ। ਇਸ ਵਰਤਾਰੇ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ? ਤੇਲ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਨੇ, ਉਤਪਾਦ ਨੇ, ਇਹ ਕਾਫੀ ਜ਼ਿਆਦਾ ਬੁਨਿਆਦ ਨੇ ਕਿਸੇ ਅਰਥ ਵਿਵਸਥਾ ਦੀ ਵੀ ਤੇ ਲੋਕਾਂ ਦੇ ਮਾਮਲੇ ਦੇ ਵਿੱਚ ਵੀ। ਇਹਦੇ ਵਿੱਚ ਸਭ ਤੋਂ ਬੜਾ ਸਵਾਲ ਇਹ ਹੈ ਕਿ ਇੱਕ ਪਾਲਿਸੀ ਬਣਾਈ ਸੀ ਸਰਕਾਰ ਨੇ, ਉਹ ਪਾਲਿਸੀ ਡੀਰੈਗੂਲੇਸ਼ਨ ਦੀ ਸੀ ਕਿ ਰੈਗੂਲੇਸ਼ਨ ਨਹੀਂ ਹੋਏਗੀ। ਜੇ ਕੌਮਾਂਤਰੀ ਮਾਰਕੀਟ ਦੇ ਵਿੱਚ ਤੇਲ ਦੀਆਂ ਕੀਮਤਾਂ ਡਿੱਗ ਪਈਆਂ ਤਾਂ ਖਪਤਕਾਰਾਂ ਨੂੰ ਫਾਇਦਾ ਹੋ ਜਾਏਗਾ, ਤੇ ਜੇ ਉੱਪਰ ਚੜ ਗਈਆਂ ਤਾਂ ਉਹਨਾਂ ਨੂੰ ਮੁੱਲ ਦੇਣਾ ਪਏਗਾ। ਹਰ ਰੋਜ਼ ਬੇਸ ਤੇ ਇੱਕ ਜ਼ਮਾਨੇ ਤੱਕ ਕੇਂਦਰ ਦੀ ਸਰਕਾਰ ਡਿਸਾਈਡ ਕਰਦੀ ਸੀ ਕਿ ਅੱਜ ਤੇਲ ਦੀਆਂ ਕੀਮਤਾਂ ਵਧਣਗੀਆਂ। ਉਹਨਾਂ ਨੇ ਸਾਰਾ ਕੁਝ ਹੀ ਫਿਰ ਕੰਪਨੀਆਂ ਤੇ ਛੱਡ ਦਿੱਤਾ ਉਸ ਪੱਧਰ ਦੇ ਉੱਤੇ। ਪਰ ਜਦੋਂ ਤੋਂ ਇਹ ਪਾਲਿਸੀ ਲਾਗੂ ਹੋਈ ਹੈ, ਖਾਸ ਤੌਰ ਤੇ 2014 ਤੋਂ ਬਾਅਦ, ਉਦੋਂ ਤੋਂ ਜਿੰਨੇ ਵਾਰ ਤੇਲ ਕੌਮਾਂਤਰੀ ਮੰਡੀ 'ਚ ਘਟਿਆ, ਖਪਤਕਾਰ ਨੂੰ ਘਟਿਆ ਰੇਟ ਤਾਂ ਕਦੇ ਨਹੀਂ ਮਿਲਿਆ। ਜਿੰਨੇ ਵਾਰ ਵਧਿਆ ਉਹਦੇ ਨਾਲ ਉਹ ਰੇਟ ਮਿਲਿਆ। 1 ਰੁਪਿਆ ਤੇਲ ਦੀ ਕੀਮਤ ਵਧਣ ਦਾ ਮਤਲਬ ਹੈ ਕੇਂਦਰ ਦੇ ਖਜ਼ਾਨੇ 'ਚ ਜਿੰਨੇ ਟੈਕਸ ਲੱਗੇ ਨੇ 13,000 ਕਰੋੜ ਰੁਪਈਆ ਜਾਣਾ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਨੇ 10% ਜਿਹੜਾ ਟੈਕਸ ਹੈ, 10 ਰੁਪਏ ਪੈਟਰੋਲ ਤੇ 13 ਰੁਪਏ ਡੀਜ਼ਲ ਤੇ ਟੈਕਸ ਵਧਾਇਆ ਹੈ। ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਇਹ ਖਪਤਕਾਰ ਤੋਂ ਨਹੀਂ ਵਸੂਲਿਆ ਜਾਏਗਾ, ਇਹ ਬੋਝ ਕੰਪਨੀਆਂ ਚੱਲਣਗੀਆਂ। ਪਰ ਹੁਣ ਹੌਲੀ ਹੌਲੀ ਕਰਕੇ ਪਿਛਲੇ 15 ਦਿਨਾਂ ਤੋਂ ਲਗਾਤਾਰ ਕੰਪਨੀਆਂ ਵੀ 82 ਦਿਨਾਂ ਬਾਅਦ 82 ਦਿਨ ਤਾਲਾਬੰਦੀ 'ਚ ਉਹਨਾਂ ਨੇ ਥੋੜ੍ਹਾ ਜਿਹਾ ਕੰਟਰੋਲ ਕਰਕੇ ਰੱਖਿਆ, ਪਰ ਹੁਣ ਖੁੱਲ੍ਹ ਦੇਤੀ। ਆਏ ਦਿਨ ਉਹ ਕਦੇ 53 ਪੈਸੇ 75 ਪੈਸੇ ਜਿੰਨਾ ਵੀ ਉਹ ਵਧਾ ਰਹੇ ਨੇ, ਲਗਾਤਾਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਇਹਦੇ ਨਾਲ ਜਿਹੜੀਆਂ ਆਲ ਇੰਡੀਆ ਮੋਟਰ ਵਹੀਕਲ ਐਸੋਸੀਏਸ਼ਨ ਉਹਦਾ ਕਹਿਣਾ ਕਿ 65% ਟਰੱਕ ਵਾਲੇ ਨੇ, ਜਿਹੜੇ ਟਰਾਂਸਪੋਰਟਰ ਨੇ, ਉਹ ਇੰਨੇ ਜੋਗੇ ਨਹੀਂ ਆ ਕਿ ਉਹ ਆਪਣੀਆਂ ਟਰਾਂਸਪੋਰਟ ਚਲਾ ਸਕਣ, ਇੰਨੀ ਮਹਿੰਗੀ ਉਸ ਦੇ ਮਾਮਲੇ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਇਹਦਾ ਖੇਤੀ ਤੇ ਵੀ ਅਸਰ ਪੈਂਦਾ। ਜਿਵੇਂ ਪੰਜਾਬ ਦਾ ਕਿਸਾਨ ਹੈ, ਪੰਜਾਬ ਦੇ ਵਿੱਚ ਜਿੰਨਾ ਡੀਜ਼ਲ ਫੁਕਦਾ ਉਹਦਾ ਤੀਜਾ ਹਿੱਸਾ ਖੇਤੀ 'ਚ ਫੁਕਦਾ, ਔਰ ਲਗਭਗ 13 ਲੱਖ ਕਿਲੋ ਲੀਟਰ ਡੀਜ਼ਲ ਇੱਕ ਸਾਲ 'ਚ ਪੰਜਾਬ ਦੀ ਖੇਤੀ ਤੇ ਲੱਗਦਾ ਹੈ। ਇਹਦਾ ਮਤਲਬ ਇਹ ਹੈ ਕਿ ਤੁਸੀਂ 700-800 ਕਰੋੜ ਰੁਪਏ ਦਾ ਇਕੱਲਾ ਉਸ ਨਾਲ ਉਹ ਕਰ ਰਹੇ ਹੋ, ਮਤਲਬ ਉਹਦੇ ਤੇ ਬੋਝ ਪਾ ਰਹੇ ਹੋ। ਇਹਦੇ ਨਾਲ ਹੋ ਕੀ ਰਿਹਾ? ਹੋ ਇਹ ਰਿਹਾ ਵੀ ਅਸਲ ਦੇ ਵਿੱਚ ਕਿਸਾਨ ਜਿਹੜੇ ਲੋਕ ਨੇ, GST ਅਸੀਂ ਕਹਿੰਦੇ ਇੱਕ ਦੇਸ਼ ਤੇ ਇੱਕ ਟੈਕਸ ਲੱਗੂਗਾ, ਪਰ ਪੈਟਰੋਲੀਅਮ ਪਦਾਰਥ ਨੂੰ GST ਤੋਂ ਵੀ ਬਾਹਰ ਰੱਖਿਆ ਹੋਇਆ। ਕਿਉਂ? ਕਿਉਂਕਿ GST 'ਚ ਵੱਧ ਤੋਂ ਵੱਧ ਟੈਕਸ 28% ਹੈ, ਤੇ ਪੈਟਰੋਲੀਅਮ ਸਾਈਡ ਦੇ ਉੱਤੇ ਟੈਕਸ ਲਗਭਗ 70% ਤੋਂ ਉੱਪਰ ਚਲਾ ਗਿਆ। ਜਿਹੜਾ ਉਹਦਾ ਜੈਨੂਅਲ ਰੇਟ ਹੈ ਉਹ ਤੋਂ 70% ਉੱਪਰ ਹੈ। ਕੇਂਦਰ ਸਰਕਾਰ ਆਪਣਾ ਟੈਕਸ ਲਾ ਰਹੀ ਹੈ, ਤੇ ਪੰਜਾਬ ਸਮੇਤ ਕਈ ਹੋਰ ਸਰਕਾਰਾਂ ਨੇ 2 ਵਾਰ 2-2 ਰੁਪਏ ਲੀਟਰ ਹੁਣ ਵੈਟ ਵਧਾਤਾ। ਵੈਟ ਦੇ ਰੂਪ ਦੇ ਵਿੱਚ ਉਹਦੇ ਤੇ ਟੈਕਸ ਲੱਗ ਰਿਹਾ। ਦੋਨੋਂ ਸਰਕਾਰਾਂ ਲੱਖਾਂ ਕਰੋੜਾਂ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਪਿਛਲੇ ਦਿਨਾਂ 'ਚ ਰੇਟ ਵਧਿਆ, ਕੇਂਦਰ ਸਰਕਾਰ ਨੂੰ ਸਾਲ 'ਚ ਉਹਦੇ ਖਜ਼ਾਨੇ 'ਚ 2,60,000 ਕਰੋੜ ਰੁਪਈਆ ਜਾਣਾ ਹੈ। ਤੇ ਆਮ ਲੋਕ ਤਾਲਾਬੰਦੀ 'ਚ, ਹਾਲਾਂਕਿ ਜ਼ਰੂਰਤ ਤਾਂ ਇਹ ਹੈ ਕਿ ਤਾਲਾਬੰਦੀ ਹੋਈ ਹੈ, ਕਾਰੋਬਾਰ ਚਲੇ ਗਏ ਨੇ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ, ਅਰਥ ਵਿਵਸਥਾ ਜਾਮ ਹੈ, ਲੋਕਾਂ ਨੂੰ ਫਾਇਦਾ ਦੇਣਾ ਸੀਗਾ। ਲੋਕ ਭਾਲਦੇ ਨੇ ਕਿ ਸਾਨੂੰ ਸਰਕਾਰ ਸਹਾਇਤਾ ਕਰੇ, ਪਰ ਜੇ ਮੋੜਵੇਂ ਰੂਪ 'ਚ ਉਹਨਾਂ ਦੇ ਜੇਬਾਂ ਤੇ ਬੋਝ ਪੈ ਰਿਹਾ ਔਰ ਉਹਨਾਂ ਤੇ ਲਗਾਤਾਰ ਟੈਕਸ ਲੱਗ ਰਹੇ ਨੇ, ਇਹ ਬਹੁਤ ਖਤਰਨਾਕ ਰੁਝਾਨ ਹੈ।
ਇੱਕ ਟ੍ਰੈਂਡ ਹੋਰ ਜਿਹੜਾ ਦੇਸ਼ 'ਚ ਥੋੜਾ ਜਿਹਾ ਉਦਾਸ ਕਰਨ ਵਾਲਾ ਉਹ ਇਹ ਹੈ ਕਿ ਤੇਲ ਅੱਗੇ 2 ਰੁਪਏ ਵੱਧ ਜਾਂਦਾ ਸੀ ਤਾਂ ਬਹੁਤ ਵੱਡਾ ਅੰਦੋਲਨ ਤੇ ਮੂਵਮੈਂਟ ਹੁੰਦੀ ਸੀ, ਤੇ ਇਹ ਜਿਹੜਾ ਲਗਾਤਾਰ ਰੋਜ਼ ਵੱਧ ਰਿਹਾ, ਇੰਨਾ ਤੇਲ ਵੱਧ ਰਿਹਾ, ਇਹਦੇ ਬਾਵਜੂਦ ਜਿਹੜੀਆਂ ਸਿਆਸੀ ਪਾਰਟੀਆਂ ਵੀ ਨੇ, ਚਾਹੇ ਉਹ ਆਪੋਜੀਸ਼ਨ ਹੈ ਚਾਹੇ ਉਹ ਜਨਤਕ ਜਥੇਬੰਦੀਆਂ ਨੇ, ਉਹ ਉਸ ਰੂਪ ਦੇ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟ ਕਰ ਰਹੀਆਂ ਕਿ ਇਹਦੇ ਤੇ ਇੱਕ ਚੈੱਕ ਲੱਗੇ, ਆਮ ਬੰਦਿਆਂ ਤੇ ਬੋਝ ਨਾ ਪਵੇ, ਤਾਂ ਕਿ ਉਹਨੂੰ ਕੰਟਰੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀਤਾ ਜਾਵੇ, ਇਸ ਪਾਲਿਸੀ ਨੂੰ ਰਿਵਿਊ ਕੀਤਾ ਜਾਵੇ। ਔਰ ਅੱਜ ਵੀ ਇੰਟਰਨੈਸ਼ਨਲ ਮਾਰਕੀਟ 'ਚ ਕੀਮਤਾਂ ਬਹੁਤ ਡਾਊਨ ਨੇ। ਜੇ ਟੈਕਸ ਪ੍ਰਣਾਲੀ ਠੀਕ ਕਰ ਲਈ ਜਾਵੇ ਤਾਂ ਲੋਕਾਂ ਨੂੰ ਚੌਥੇ ਹਿੱਸੇ 'ਚ ਤੇਲ ਉਪਲਬਧ ਹੋ ਸਕਦਾ, ਤੀਜੇ ਹਿੱਸੇ 'ਚ ਤਾਂ ਬੜੇ ਆਰਾਮ ਨਾਲ ਹੋ ਸਕਦਾ। ਜੇ 75 ਰੁਪਏ ਹੈ ਤਾਂ 24-25 ਰੁਪਏ ਦੇ ਲੀਟਰ 'ਚ ਤੇਲ ਮਿਲ ਸਕਦਾ। ਔਰ ਇਹਦੇ ਬਾਰੇ ਸੋਚਣ ਦਾ ਸਵਾਲ ਹੈ, ਸਰਕਾਰਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਅਸੀਂ ਕਿੰਨਾ ਕੁ ਬੋਝ ਲੋਕਾਂ ਤੇ ਪਾਉਣਾ ਹੈ, ਔਰ ਸਾਰੇ ਲੋਕਾਂ ਤੇ ਲਗਾਤਾਰ ਬੋਝ ਪਾ ਕੇ ਤੁਸੀਂ ਉਹਨਾਂ ਦੇ ਮੂੰਹ 'ਚੋਂ ਕਈ ਵਾਰ ਨਿਵਾਲਾ ਵੀ ਸੀਨ ਰਹੇ ਹੋ ਤੇ ਉਹਨਾਂ ਨੂੰ ਰੁਜ਼ਗਾਰ ਵੀ ਉਸ ਲੈਵਲ ਤੇ ਨਹੀਂ ਦੇ ਰਹੇ। ਔਰ ਇਸ ਦਿਸ਼ਾ ਦੇ ਵਿੱਚ ਸਾਰੇ ਲੋਕਾਂ ਨੂੰ ਵੀ ਇਹ ਬਹੁਤ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਤੇਲ ਦੀ ਕੀਮਤ ਵੱਧਦੀ ਹੈ, ਟੋਟਲ ਮਹਿੰਗਾਈ ਵੱਧਦੀ ਹੈ, ਕਿਰਾਇਆ ਭਾੜਾ ਸਾਰੀਆਂ ਚੀਜ਼ਾਂ ਲਗਾਤਾਰ ਵੱਧਦੀਆਂ ਨੇ, ਉਹਦੇ ਨਾਲ ਦੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ। ਔਰ ਇਹ ਲੋਕ ਪੱਖੀ ਕਦਮ ਨਹੀਂ ਹੈ, ਤੇ ਇਹ ਜਦ ਤੱਕ ਪਾਲਿਸੀ ਡੀ ਰੈਗੂਲੇਸ਼ਨ ਦੀ ਉਹਨੂੰ ਵਿਚਾਰਿਆ ਜਾਣਾ ਚਾਹੀਦਾ, ਤੇ ਉਹਦਾ ਪੂਰਾ ਫਾਇਦਾ ਕੌਮਾਂਤਰੀ ਮੰਡੀ ਦਾ ਖਪਤਕਾਰ ਤੱਕ ਪਹੁੰਚਣਾ ਚਾਹੀਦਾ। ਧੰਨਵਾਦ ਜੀ ਹਮੀਰ ਸਿੰਘ ਜੀ। ਇਹ ਸੀ ਪੰਜਾਬੀ ਟ੍ਰਿਬਿਊਨ ਵੱਲੋਂ ਸ਼ੁਰੂ ਕੀਤੇ ਵੇਲੇ ਦੀ ਗੱਲ 'ਚ ਪਹਿਲੇ ਦਿਨ ਪੰਜਾਬੀ ਟ੍ਰਿਬਿਊਨ ਦੇ ਵਿਚਾਰ। ਪੰਜਾਬੀ ਟ੍ਰਿਬਿਊਨ ਵੱਲੋਂ ਰੋਜ਼ਾਨਾ ਹੀ ਸੰਸਾਰ ਵਿੱਚ ਵਾਪਰ ਰਹੀ ਘਟਨਾਵਾਂ ਨੂੰ ਲੈ ਕੇ ਰੋਜ਼ਾਨਾ ਸ਼ਾਮ 4:30 ਵਜੇ ਕੋਈ ਨਾ ਕੋਈ ਨਵੇਂ ਮੁੱਦਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਆਇਆ ਜਾਵੇਗਾ, ਤੇ ਇਸ ਲਈ ਸਾਡੇ ਨਾਲ ਕੱਲ੍ਹ ਨੂੰ ਫੇਰ 4:30 ਵਜੇ ਜੁੜੋ। ਧੰਨਵਾਦ।